ਵਾਹਿਗੁਰੂ 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 ਨਾਮ ਜਹਾਜ ਹੈ ਚੜ੍ਹੇ ਸਭ ਤਰੇ ਪਾਰ। ਜੋ ਸ਼ਰਧਾ ਕਰ ਸੀਮਦੇ ਗੁਰੂ ਪਰਮ ਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸਭ ਤਰੇ ਪਾਰ। ਜੋ ਸ਼ਰਧਾ ਕਰ ਸੀਮਦੇ ਗੁਰੂ ਪਰਮ ਤਾਰਨ ਹਾਰ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜਗਾਦ ਸਚ ਹੈ ਪੀ ਸਚ। ਨਾਨਕ ਹੋਸੀ ਪੀ ਸਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਖਵਾਰ। ਚੁਪੈ ਚੁਪ ਨ ਹੋਵੀ ਜੇ ਲਾਇ ਰਹਾ ਲਵਤਾਰ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾਂ ਲੱਖ ਹੋਵੈ ਤਾਂ ਇੱਕ ਨ ਚੱਲੇ ਨਾਲ। ਕਿਵ ਸਚਾਰਾ ਹੋਈਐ ਕਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪਰਵਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਈ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਿਸਨੋ ਦਿਆਲ ਹੋਵੇ ਮੇਰਾ ਸਮਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਦੱਦੇ ਦੋਸ਼ ਨ ਦੇਉ ਕਿਸੈ ਦੋਸ਼ੀ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਣਾ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰੋ ਗੁਰੂ ਸਵਾਰਿਓ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ ਵਿੱਚ ਵਸਾਈਏ, ਗੁਰੂ ਵਾਲੇ ਬਣ ਜਾਈਏ।
ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਸ ਰਹਿੰਦੀ ਦੁਨੀਆ ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਭਗਤਾਂ ਦੀ ਬਾਣੀ ਭਗਤ ਰਵਿਦਾਸ ਜੀ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੀ ਗੁਰਬਾਣੀ ਦੀ ਜੋ ਆਪਾਂ ਵਿਚਾਰ ਕਰਦੇ ਆ ਰਹੇ, ਅੱਜ ਦੇ ਸ਼ਬਦ ਵਿੱਚ ਭਗਤ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰੋ, ਪਹਿਲਾਂ ਗੁਰਮਰਜ਼ਾਦਾ ਦੇ ਅਨੁਸਾਰ ਗੁਰਬਾਣੀ ਪਾਠ ਪੜ੍ਹ ਲਈਏ, ਗੁਰੂ ਦਾ ਸ਼ਬਦ ਪੜ੍ਹ ਲਈਏ, ਤਾਂ ਕਿ ਸਾਨੂੰ ਗੁਰੂ ਦੇ ਸ਼ਬਦ ਦੀ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ, ਗੁਰਬਾਣੀ ਦੇ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਹਾਂ ਭਇਓ ਜੋਂ ਤਨ ਭਇਓ, ਛਿਨ ਛਿਨਾ ਪ੍ਰੇਮ ਜਾਏ, ਤੋਂ ਡਰ ਪੈ ਤੇਰੋ ਜਾਨਾ। ਕਹਾਂ ਭਇਓ ਜੋਂ ਤਨ ਭਇਓ, ਛਿਨ ਛਿਨਾ ਪ੍ਰੇਮ ਜਾਏ, ਤਾਂ ਡਰ ਪੈ ਤੇਰੋ ਜਾਨਾ। ਤੁਝੈ ਚਰਨ ਅਰਬਿੰਦ ਭਵਨ ਮਨ, ਪਾਣ ਕਰਤ ਪਾਇਓ ਪਾਇਓ ਰਮਈਆ ਧਨ। ਰਹਾਓ ਸੰਪਤ ਬਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਾਨਾ। ਪ੍ਰੇਮ ਕੀ ਜੇਵਰੀ ਬਾਧੋ ਤੇਰੋ ਜਾਨਾ, ਕਹਿ ਰਵਿਦਾਸ ਛੁਟ ਬੋ ਕਵਣ ਗੁਣਾ। ਪ੍ਰੇਮ ਕੀ ਜੇਵਰੀ ਬਾਧੋ ਤੇਰੋ ਜਾਨਾ, ਕਹਿ ਰਵਿਦਾਸ ਛੂਟ ਬੋ ਕਵਣ ਗੁਣਾ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਵਿੱਚ ਧੰਨ ਧੰਨ ਭਗਤ ਕਬੀਰ ਜੀ, ਮਾਫ ਕਰਨਾ, ਧੰਨ ਧੰਨ ਭਗਤ ਰਵਿਦਾਸ ਜੀ, ਉਹਨਾਂ ਦੀ ਰਸਨਾ 'ਚ ਉਚਾਰਨ ਕੀਤਾ ਗਿਆ ਗੁਰੂ ਦਾ ਸ਼ਬਦ ਜੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਔਰ ਸਰਵਣ ਕੀਤਾ। ਭਗਤ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ, ਸਾਡੇ ਤੇ ਕੀ ਕਿਰਪਾ ਕਰਦੇ ਨੇ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਗੁਰਬਾਣੀ ਸਾਡੇ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰਨ ਵੀ ਸਾਡਾ ਵੀ ਜੀਵਨ ਗੁਰਬਾਣੀ ਨਾਲ ਜੁੜ ਕੇ ਇਸ ਸੰਸਾਰ ਤੇ ਵਧੀਆ ਚੱਲੇ, ਕਿਤੇ ਨਾ ਕਿਤੇ ਇਹ ਵੀ ਆਇਆ ਸਫਲ ਹੋ ਜਾਵੇ। ਭਗਤ ਜੀ ਕੀ ਕਹਿੰਦੇ ਨੇ, ਆਓ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਰਾਗ ਆਸਾ। ਭਗਤ ਜੀ ਕਹਿੰਦੇ, ਕਹਾਂ ਭਇਓ ਜੋਂ ਤਨ ਭਇਓ, ਛਿਨ ਛਿਨ। ਕਹਾਂ ਭਇਓ, ਕੀ ਹੋਇਆ, ਕੋਈ ਪਰਵਾਹ ਨਹੀਂ। ਜੋਂ ਜੇ ਤਨ ਸਰੀਰ ਕਹਿੰਦੇ ਨੇ, ਛਿਨ ਛਿਨ ਰਤਾ ਰਤਾ ਟੋਟੇ ਟੋਟੇ। ਤੇ ਭਗਤ ਜੀ ਕਹਿੰਦੇ ਪ੍ਰੇਮ ਜਾਏ, ਪ੍ਰੇਮ ਚਲੇ ਜਾਏ, ਤੋਂ ਡਰ ਪੈ ਤੇਰੋ ਜਨ। ਤੋਂ ਤਦੋਂ ਹੀ ਤਾਂ ਹੀ ਡਰ ਪੇ ਡਰਦਾ ਹੈ ਜਨ, ਤੇਰਾ ਬਣਾਇਆ ਹੋਇਆ ਪਰਮਾਤਮਾ ਦਾ ਪਿਆਰਾ। ਭਗਤ ਜੀ ਕਹਿੰਦੇ ਨੇ ਸਾਨੂੰ ਸਮਝਾਉਣਾ ਕੀਤਾ ਇਸ ਪੰਕਤੀ ਦੇ ਵਿੱਚ। ਭਗਤ ਜੀ ਕਹਿੰਦੇ, ਕਹਾਂ ਭਇਓ ਜੋਂ ਤਨ ਭਇਓ, ਛਿਨ ਛਿਨ ਪ੍ਰੇਮ ਜਾਏ, ਤੋਂ ਡਰ ਪੈ ਤੇਰੋ ਜਨ। ਭਗਤ ਜੀ ਕਹਿੰਦੇ ਨੇ ਕਿ ਇਹ ਨਾਮ ਧਨ ਲੱਭ ਕੇ ਹੁਣ ਮੇਰਾ ਸਰੀਰ ਨਾਸ ਵੀ ਹੋ ਜਾਏ ਤਾਂ ਵੀ ਮੈਨੂੰ ਕੋਈ ਪਰਵਾਹ ਨਹੀਂ,
हे परमात्मा जी, तेरा सेवक तदों ही घबराएगा इस दे मन विचों तेरे चरनां दा प्यार दूर होवेगा। जिन्ना चिर परमात्मा दे नाल प्यार बनिया रहेगा, भगत जी ने सानू समझाउणा कीता है, कहाँ भैओ ज्यों तन भैओ छिन छिन, भी ये शरीर नष्ट भी हो जावे, ये शरीर बर्बाद भी हो जावे, ते प्रेम जिहड़ा परमात्मा दे नाल बनिया रहे, ते शरीर दी ते आत्मा दी परमात्मा दे घरे हाज़री लग जाती है। तो डर पे तेरो जन, तेरा सेवक क्यों डरे क्यों घबरावे, इस दे मन विचों तेरे चरनां दा प्यार दूर होवेगा। भी परमात्मा दे नाल प्रेम जिहड़े भगत जन ने, जिन्हां दे उत्ते परमात्मा दी किरपा हुंदी है, परमात्मा नूं परमात्मा दे प्रथाएं वो ध्याउंदे ने, परमात्मा उन्हां ते किरपा करदा है ते वो परमात्मा दा रूप बन के परमात्मा नूं ध्याउंदे ने। फिर उन्हां नूं ये परवाह नहीं है। हुण आपां पुरखियां दा इतिहास देखीए, पुरखियां ने जो कीता है, बंद बंद भी कटवाए ने, खोपरियां भी लहाणियां ने, चरखड़ियां ते भी चढ़े ने, सीस आरियां नाल भी चराए ने, सारे काम कीते ने, पर प्रेम किंदे नाल रहा? परमात्मा दे नाल। चरखड़ियां ते चढ़ के खोपड़ियां लहा के भी प्रेम परमात्मा नालों टुटिया नहीं। दुनिया के लोगों ने कोशिश की कि तोड़ दिता जाए। दुनिया के लोग आपां नूं कई बन्ने गुस्ताखी माफ़ करना, पंबल पूसे च पा के तैनूं इत्थों फायदा इत्थों नुकसान, इधर आ कीता उन्हें आ, कई तरह दियां ऊण पटांग दियां असीं गल्लां करदे हैं, जिंदे कारण करके असीं रब तो टुट जाने, परमात्मा तो टुट जाने हैं। जिहड़ा कमज़ोर मन है, जिन्हों कमज़ोर दिल कह दईए, उन्हों कई तरह दियां प्रॉब्लमां, कई तरह दियां परेशानियां आ जाण, वह कहंदा भी नहीं असी रब तो की लैना है, असी रब तो की लैना है, क्योंकि गुरमुख प्यारो दुनियावी दुनिया का मोह है माया दे नाल। असी कहने भी माया आवे तो सारे सुख दिंदी है माया। माया दे कारण करके असी सारा कुछ अपना दाह पेज ते ला दिंने, अपना जीवन निरर्थ जाणदे। जिन्हां दे कोल माया नहीं हुंदी कि वो अपना जीवन नहीं जींदे, जिन्हां कोल ज़्यादा माया हुंदी है वो की भी दो दो ढिड ला के जां दोहरियां दोहरियां तेरियां तेरियां फैसिलिटियां लैके दुनिया नालों ज़्यादा वधिया जीवन ते नहीं जींदे। इस कारण करके बंदे दा झुकाओ, जिहड़ा मनुख दा झुकाओ हुंदा है ना, ये माया वाल ज़्यादा हुंदा है। आपां जिवें कल भी गल कीती सी, वड्डी किरपा किहनूं समझदे आ? माया नूं। माया नूं किरपा समझते भी, जिंदे कोल माया आउंदी। हुण आपां गुस्ताखी माफ़ करना, जदों आपां अपने जबान चों कह दिंने भी माया तां कंजरां कोल भी वाधू हुंदी है, पर उन्हां दी इज्जत नहीं हुंदी। माया जिहड़ा कंजरफोना करदे ने, कोई भी हो सकदा है, उहदे विच सारा कुछ ही आ जांदा है। अपनी इज्जत लटाउंदा होवे, अपने आप नूं पैसा कमाउण दे साधनां ते लाया होवे, पर उस बंदे की इज्जत ते नहीं ना हुंदी। गुरबाणी का फैसला यह है कि जिस बंदे का प्रेम पै गया परमात्मा दे नाल, असी सब तो ज़्यादा लालच माया का करते। तो जिहड़ा बंदा धर्मी होवे, जिहड़ा रब नूं मनदा होवे, सलीयत ते चलदा होवे, उहनूं भी लोग इस तरह के लालच दिंदे ने, इस तरह के लालच दिंदे ने। जिन्हां लोकां ने अपनी कुर्सी नूं कामयाब रखना होवे, बहुत बहुत ज़्यादा लालच दिंदे ने। हुण गुरु तेग बहादुर महाराज सच्चे पातशाह नूं भी लालच दिते गए भी तू छड्ड दे, तू की लैणा इन्हां तों, तैनूं राज भाग सारा कुछ दे देंगे। छोटे साहिबजादियां नूं जदों शहादत तो पहलां लालच दिते गए
ਵੀ ਤੁਹਾਨੂੰ ਆਹ ਕੁਛ ਕਰ ਦਿਆਂਗੇ। ਉਹ ਕਹਿੰਦੇ ਸਾਨੂੰ, ਅਸੀਂ ਇਹਨਾਂ ਚੀਜ਼ਾਂ ਦਾ ਕਰਨਾ ਕੀ ਹੈ? ਅਸੀਂ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹਦੇ ਨਾਲ ਨਹੀਂ ਪਿਆਰ ਕਰਦੇ ਤੇ ਧਨ ਮਾਲ ਨਾਲ ਕਿੱਥੇ ਪਿਆਰ ਕਰਾਂਗੇ? ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਕੀ ਹੈ? ਬੰਦੇ ਦਾ ਸਰੀਰ ਹੁੰਦਾ ਹੈ। ਬੰਦੇ ਵਾਸਤੇ ਸਭ ਤੋਂ ਕੀਮਤੀ ਚੀਜ਼ ਕੀ ਹੈ? ਬੰਦੇ ਦਾ ਆਪਣਾ ਸਰੀਰ। ਉਹ ਕਹਿੰਦੇ ਸਾਨੂੰ ਤੇ ਸਰੀਰ ਦੇ ਨਾਲ ਪਿਆਰ ਨਹੀਂ, ਸਾਨੂੰ ਪਿਆਰ ਇੱਕ ਪ੍ਰਮਾਤਮਾ ਦੇ ਨਾਲ ਹੈ। ਇੱਕ ਪ੍ਰਮਾਤਮਾ ਦੇ ਨਾਲ ਪਿਆਰ ਹੈ, ਸਾਨੂੰ ਆਪਣੇ ਸਰੀਰ ਦੇ ਨਾਲ ਵੀ ਪਿਆਰ ਨਹੀਂ। ਤਾਂ ਅਸੀਂ ਇਹ ਸਰੀਰ ਵਾਸਤੇ ਆਪਾਂ ਕਰਦੇ ਸਾਰੇ ਕਾਰੋਬਾਰ ਵੀ ਸਾਡੇ ਸਰੀਰ ਸੁੱਖ ਰਹਿਣਗੇ। ਆਪਾਂ ਕਈ ਵਾਰ ਕਹਿੰਦੇ ਨਾ, ਮੈਂ ਧੀਆਂ ਪੁੱਤਰਾਂ ਵਾਸਤੇ ਸਾਰਾ ਦਿਨ ਪੁਰ ਰਾਤ ਮਿਹਨਤ ਕਰਦਾ ਰਿਹਾ ਕਿ ਉਹਨਾਂ ਦੇ ਆਉਣ ਵਾਲੀ ਜ਼ਿੰਦਗੀ ਵਧੀਆ ਹੋਵੇ, ਉਹ ਉੱਚੀ ਜ਼ਿੰਦਗੀ ਜੀਣ, ਦੁਨੀਆ ਆਮ ਮਨੁੱਖ ਦੇ ਨਾਲੋਂ ਉੱਚੀ, ਜਾਣੀ ਕਿ ਉਹਨਾਂ ਕੋਲ ਧਨ ਮਾਲ ਵੀ ਵਾਧੂ ਹੋਵੇ। ਹੁਣ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਕਹਿੰਦੇ ਅਸੀਂ ਤਾਂ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦੇ। ਸਰੀਰ, ਜਿਹਦੇ ਸਰੀਰ ਵਾਸਤੇ ਸਾਰੀਆਂ ਫੈਸਿਲਿਟੀਆਂ ਚਾਹੀਦੀਆਂ ਨੇ, ਸਾਰੀਆਂ ਸਹੂਲਤਾਂ ਆਪਾਂ ਕਾਹਦੇ ਵਾਸਤੇ ਰਹਿੰਦੇ? ਸਰੀਰ ਵਾਸਤੇ, ਵੀ ਸਰੀਰ ਵਧੀਆ ਰਵੇ, ਸਰੀਰ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ, ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਲੈਣ ਵਾਸਤੇ। ਤੇ ਗੁਰਮੁਖ ਪਿਆਰੋ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਇਹਨਾਂ ਨਾਲ ਸੰਬੰਧ ਨਹੀਂ ਕਰਦੇ। ਹਾਂ, ਜਿਹੜਾ ਪਰਮਾਤਮਾ ਦਾ ਪਿਆਰਾ ਨਹੀਂ ਹੈ ਉਹ ਤੇ ਵਿਕਾਊ ਮਾਲ ਆ, ਉਹ ਤਾਂ ਜਦੋਂ ਮਰਜ਼ੀ ਵਿਕ ਜਾਂਦਾ ਹੈ। ਉਹ ਤਾਂ ਨਿਕਲਦਾ ਹੀ ਲਿਫਾਫੇ 'ਚੋਂ। ਪਹਿਲੀ ਗੱਲ, ਲਿਫਾਫੇ 'ਚੋਂ ਨਿਕਲ ਕੇ ਤੇ ਲਿਫਾਫੇ ਵਰਗੇ ਕੰਮ ਕਰਨੇ ਨੇ ਉਹਨੇ। ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਪ੍ਰਮਾਤਮਾ ਜੀ, ਮੇਰਾ ਸਰੀਰ ਵੀ ਕੱਟਿਆ ਜਾਵੇ, ਸਰੀਰ ਵੀ ਕੱਟਿਆ ਜਾਵੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਪਰ ਤੇਰੇ ਨਾਲੋਂ ਪ੍ਰੇਮ ਨਾ ਟੁੱਟੇ, ਤੇਰੇ ਨਾਲੋਂ ਪ੍ਰੇਮ ਨਾ ਟੁੱਟੇ। ਇਤਿਹਾਸ ਹੀ ਦੱਸਦਾ ਹੈ ਨਾ ਵੀ ਚਲੋ ਕਿਸੇ ਨੇ 22 ਦਿਨ ਦੱਸਿਆ, ਕਿਸੇ ਨੇ 31 ਦਿਨ ਦੱਸਿਆ, ਕਿਸੇ ਨੇ 11 ਦਿਨ ਦੱਸਿਆ ਵੀ ਭਾਈ ਤਾਰੂ ਸਿੰਘ ਦੀ ਖੋਪੜੀ ਲੈ ਗਈ ਸੀ, ਪਰ ਜੀਂਦੇ ਰਹੇ ਨੇ, ਪਰ ਪ੍ਰਮਾਤਮਾ ਵੱਲੋਂ ਪਿਆਰ ਨਹੀਂ ਟੁੱਟਿਆ। ਹੁਣ ਭਾਈ ਮਤੀ ਦਾਸ ਦੇ 2 ਫਾੜ ਕੀਤੇ ਗਏ ਤੇ ਸਰੀਰ ਦੇ ਵਿੱਚੋਂ ਵੀ ਪ੍ਰਮਾਤਮਾ ਦੀ ਗੁਰਬਾਣੀ ਦੀ ਆਵਾਜ਼ ਆਉਂਦੀ ਰਹੀ, ਪ੍ਰਮਾਤਮਾ ਨਾਲੋਂ ਪ੍ਰੇਮ ਨਹੀਂ ਟੁੱਟਿਆ, ਪ੍ਰਮਾਤਮਾ ਨਾਲੋਂ ਪ੍ਰੇਮ ਨਹੀਂ ਟੁੱਟਿਆ। ਤੇ ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਕਰੇ। ਭਗਤ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਜੇ ਕਿਤੇ ਸਾਨੂੰ ਸਮਝ ਆ ਜੇ, ਕਹਾਂ ਭਇਓ ਜਿਉ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ। ਵੀ ਤੇਰੇ ਨਾਲ ਪਿਆਰ ਬਣਿਆ ਰਵੇ ਤੇ ਮੇਰੇ 'ਚ ਕੋਈ ਘਬਰਾਹਟ ਨਹੀਂ, ਕੋਈ ਕਾਰਨ ਨਹੀਂ। ਉਦੋਂ ਘਬਰਾਹਟ ਪੈਂਦੀ ਹੈ, ਉਦੋਂ ਬੰਦੇ ਦਾ ਸਰੀਰ ਤੇ ਮਨ ਖਰਾਬ ਹੁੰਦਾ ਹੈ, ਜਦੋਂ ਪਰਮਾਤਮਾ ਨਾਲੋਂ ਸੰਬੰਧ ਟੁੱਟੇ ਜਾਂਦੇ ਨੇ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆ ਵਿਛੋੜਿਆ ਆ ਮਿਲਾਇਆ। ਜਦੋਂ ਇਹ ਅਵਸਥਾ ਹੁੰਦੀ ਹੈ, ਜਦੋਂ ਮਨਮੁਖ ਬੰਦਾ ਬਣਦਾ ਹੈ, ਪਰਮਾਤਮਾ ਨੂੰ ਟੁੱਟ ਜਾਂਦਾ ਹੈ, ਉਹਦਾ ਸਾਰਾ ਕੁਛ ਹੀ ਖਰਾਬ ਹੋ ਜਾਂਦਾ ਹੈ। ਤੇ ਇਹ ਸਾਨੂੰ ਸਮਝਾਉਣਾ ਕੀਤਾ ਹੈ, ਕਹਾਂ ਭਇਓ ਜਿਉ ਤੋਂ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ। ਪਰਮਾਤਮਾ ਜੀ ਦੇ ਅੱਗੇ ਇਹ ਧਨ ਨਾਮ ਧਨ ਲੱਭ ਕੇ ਹੁਣ ਜੇ ਮੇਰਾ ਸਰੀਰ ਨਾਸ ਵੀ ਹੋ ਜਾਵੇ, ਕੱਟਿਆ ਵੀ ਜਾਵੇ, ਟੋਟੇ ਵੀ ਹੋ ਜਾਵੇ, ਮੈਨੂੰ ਕੋਈ ਪਰਵਾਹ ਨਹੀਂ। ਹੇ ਰਾਮ, ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ ਇਸ ਦੇ ਮਨ ਵਿੱਚੋਂ ਤੇਰੇ ਚਰਨਾਂ ਦਾ ਪਿਆਰ ਦੂਰ ਹੋਵੇਗਾ। ਜਦੋਂ ਤੇਰੇ ਨਾਲ ਪਿਆਰ ਹੈ ਪ੍ਰਮਾਤਮਾ ਜੀ, ਤੇ ਮਨ ਨਹੀਂ ਘਬਰਾਉਂਦਾ, ਇਹ ਮਨ ਟਿਕਿਆ ਰਹਿੰਦਾ। ਇਸ ਦੇ ਪ੍ਰਥਾਏ ਇੱਕ ਗਿਆਨੀ ਸੰਤ ਮਸਕੀਨ ਜੀ ਇੱਕ ਉਦਾਹਰਨ ਸਮਝਾਉਂਦੇ ਹੁੰਦੇ ਨੇ। ਉਹ ਕਹਿੰਦੇ ਵੀ ਆਪਣੇ ਜੀਵਨ ਕਾਲ ਦੇ ਵਿੱਚ, ਉਹ ਕਹਿੰਦੇ ਅਸੀਂ ਇੱਕ ਨਾ ਬਹੁਤ ਹੀ ਉੱਚੀ ਅਵਸਥਾ ਵਾਲੀ ਉਪੜੀ ਹੋਈ ਆਤਮਾ ਦੇ ਕੋਲ ਗਏ। ਉਹ ਪਤਾ ਲੱਗਿਆ ਵੀ ਸਰੀਰਕ ਤੌਰ 'ਤੇ ਉਹਨਾਂ ਨੂੰ ਕਸ਼ਟ ਹੈ, ਸਰੀਰਕ ਤੌਰ 'ਤੇ ਕਸ਼ਟ ਹੈ। ਆਪਾਂ ਵੀ ਆਪਣੇ ਰਿਸ਼ਤੇਦਾਰ ਮਿੱਤਰਾਂ ਦੋਸਤਾਂ ਦਾ ਪਤਾ ਲੈਣ ਜਾਂਦੇ, ਜਿੱਥੇ ਜ਼ਿਆਦੀ ਆਪਣੀ ਸਾਂਝ ਹੋਵੇ, ਵੀ ਭਾਈ ਤੈਨੂੰ ਕੀ ਹੋ ਗਿਆ, ਇਹ ਕੀ ਹੋ ਗਿਆ। ਆਪਾਂ ਕੋਈ ਵੀ ਦੁੱਖ ਤਕਲੀਫ ਹੋਵੇ ਸਰੀਰਕ ਤੌਰ 'ਤੇ ਆਪਾਂ ਪਤਾ ਲੈਣ ਜਾਂਦੇ ਹਾਂ। ਗਿਆਨੀ ਸੰਤ ਮਸਕੀਨ ਜੀ ਕਹਿੰਦੇ ਅਸੀਂ ਇੱਕ ਆਤਮਾ ਜਿਹੜੀ ਬਹੁਤ ਉੱਚੀ ਪਰਮਾਤਮਾ ਦੇ ਨਾਲ ਪਹੁੰਚੀ ਹੋਈ,
ਉਸ ਕੋਲ ਕਹਿੰਦੇ ਜਦੋਂ ਅਸੀਂ ਪਤਾ ਲੈਣ ਗਏ ਤੇ ਸਰੀਰ ਨੂੰ ਕਸ਼ਟ ਕਾਫੀ ਸੀ, ਸਰੀਰ ਨੂੰ ਕਸ਼ਟ ਹੋਵੇ ਤੇ ਅਸੀਂ ਪੁੱਛਿਆ ਉਹਨਾਂ ਨੂੰ ਵੀ, ਕਹਿੰਦੇ ਵੀ ਅਸੀਂ ਕਿਹਾ ਵੀ ਸਰੀਰ ਨੂੰ ਤਾਂ ਕਸ਼ਟ ਬਹੁਤ ਹੈ। ਉਹ ਕਹਿੰਦੇ ਵੀ ਸਰੀਰ ਨੂੰ ਕਸ਼ਟ ਹੋਵੇ ਨਾ ਹੋਵੇ, ਇਹ ਥਾਲੀ ਦੇ ਵਿੱਚ ਪ੍ਰਮਾਤਮਾ ਨੇ ਮੈਨੂੰ ਨਾਮ ਪਰੋਸ ਕੇ ਦੇ ਦਿੱਤਾ, ਮੈਂ ਪ੍ਰਮਾਤਮਾ ਦਾ ਨਾਮ ਚਖ ਲਿਆ, ਇਹ ਹੁਣ ਥਾਲੀ ਖਾਲੀ ਹੈ, ਭਾਵੇਂ ਇਹਨੂੰ ਕੋਈ ਧੋ ਦੇਵੇ, ਭਾਵੇਂ ਇਹਨੂੰ ਕਿਤੇ ਸਿੱਟ ਦੇਵੇ, ਇਹ ਥਾਲੀ ਹੁਣ ਜਿਹੜਾ ਕੁਛ ਮੈਂ ਇਹ 'ਚੋਂ ਖਾਣਾ ਸੀ ਮੈਂ ਖਾ ਲਿਆ। ਵੀ ਜਿਨ੍ਹਾਂ ਦੇ ਮਨ ਪ੍ਰਮਾਤਮਾ ਨਾਲ ਜੁੜ ਗਏ ਉਹ ਇਸ ਸਰੀਰ ਨੂੰ ਕੁਛ ਨਹੀਂ ਸਮਝਦੇ। ਸਰੀਰ ਪ੍ਰਮਾਤਮਾ ਦਾ ਪੈਦਾ ਕੀਤਾ, ਆਤਮਾ ਪ੍ਰਮਾਤਮਾ ਦੇ ਵਿੱਚ ਭੇਦ ਹੋ ਗਈ ਤੇ ਸਮਝ ਲਓ ਉਹਨਾਂ ਦਾ ਜੀਵਨ ਸੋਹਣਾ ਹੈ, ਉਹਨਾਂ ਦਾ ਜੀਵਨ ਸੋਹਣਾ ਬਣ ਕੇ ਚਲੇ ਗਿਆ ਇੱਥੋਂ। ਉਹਨਾਂ ਦੇ ਕਾਰਜ ਸਫਲ ਹੋ ਗਏ ਜਿਨ੍ਹਾਂ ਨੇ ਮਨ ਪ੍ਰਮਾਤਮਾ ਨੂੰ ਦੇ ਦਿੱਤਾ। ਇਹ ਅਵਸਥਾ ਕੋਈ ਵਿਰਲੀ ਰੂਹ ਦੇ ਵਿੱਚੋਂ ਮਿਲਦੀ ਹੈ, ਵਿਰਲੀ। ਨਹੀਂ ਤਾਂ ਬੰਦਾ ਕਹਿੰਦਾ ਹੈ ਦੁੱਖ ਤਕਲੀਫਾਂ ਤੇ ਗੁਰਬਾਣੀ 'ਚ ਬਾਬੇ ਨਾਨਕ ਨੇ ਲਿਖ ਦਿੱਤਾ ਨਾ, ਬਾਬੇ ਨਾਨਕ ਨੇ ਵੀ ਇਹ ਸਾਰੀਆਂ ਦਾਤਾਵਾਂ ਤੇਰੀਆਂ ਨੇ। ਸਰੀਰ ਨੂੰ, ਸਾਡੇ ਗੁਰੂ ਸਾਹਿਬਾਨਾਂ ਨੂੰ, ਸਾਡੇ ਪੁਰਖਿਆਂ ਨੂੰ, ਜਿਹੜੇ ਪੁਰਖੇ ਜਿਹੜੇ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਜਾਨ ਨੂੰ ਦੇਸ਼ ਕੌਮ ਔਰ ਧਰਮ ਦੀ ਹਿੱਤ ਵਾਸਤੇ ਕੁਰਬਾਨ ਕਰ ਗਏ, ਉਹਨਾਂ ਨੂੰ ਕਿਤੇ ਦੁੱਖ ਤਕਲੀਫਾਂ ਘੱਟ ਹੋਈਆਂ ਨੇ? ਦੁੱਖ ਤਕਲੀਫਾਂ ਕਿਤੇ ਘੱਟ ਹੋਈਆਂ ਨੇ? ਬਹੁਤ ਹੋਈਆਂ ਨੇ। ਕੇਤਿਆ ਦੂਖ ਪੁਗ ਸਦਮਾਰੇ ਪੈਦਾ ਤੇਰੀ ਦਤਾਰ, ਇਹ ਤਾਂ ਮਨੁੱਖ ਨੂੰ ਮਿਲਣੀਆਂ ਹੀ ਮਿਲਣੀਆਂ ਨੇ, ਇਹ ਤਾਂ ਮਨੁੱਖ ਨੂੰ ਮਿਲਣੀਆਂ ਨੇ। ਇਹ ਪ੍ਰਮਾਤਮਾ ਦੀ ਦਾਤ ਹੈ। ਜਿਵੇਂ ਬਾਕੀਆਂ ਦਾਤਾਂ ਪ੍ਰਮਾਤਮਾ ਦਿੰਦਾ, ਇਹ ਵੀ ਦਿੰਦਾ, ਉਹ ਸਾਡੇ ਕਰਮਾਂ ਕਰਕੇ ਹੈ। ਕਿਸੇ ਨੂੰ ਥੋੜ੍ਹੀ ਜਿਹੀ ਵੱਧ ਮਿਲ ਜਾਂਦੀ, ਕਿਸੇ ਨੂੰ ਘੱਟ ਮਿਲ ਜਾਂਦੀ। ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਵੀ ਜਦੋਂ ਪ੍ਰਮਾਤਮਾ ਨਾਲ ਪ੍ਰੇਮ ਪੈ ਜਾਵੇ, ਪਿਆਰ ਪੈ ਜਾਵੇ, ਫਿਰ ਕੋਈ ਡਰ ਨਹੀਂ। ਤੁਝੈ ਚਰਨ ਅਰਬਿੰਦ ਭਵਨ ਮਣ, ਪਾਨ ਕਰਤ ਪਾਇਓ ਪਾਇਓ ਰਮਈਆ ਧਨ। ਭਗਤ ਜੀ ਕਹਿੰਦੇ ਨੇ ਤੁਝੈ ਚਰਨ ਅਰਬਿੰਦ, ਤੁਝੈ ਚਰਨ ਅਰਬਿੰਦ। ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਸਾਨੂੰ ਸਮਝਾਉਣਾ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ। ਚਰਨ ਅਰਬਿੰਦ, ਤੁਝੇ ਤੇਰੇ ਅਰਬਿੰਦ ਦਾ ਮਤਲਬ ਹੈ ਕੌਲ ਦੇ ਫੁੱਲ ਵਰਗੇ, ਕਮਲ ਦੇ ਫੁੱਲ ਵਰਗੇ ਚਰਨ ਅਰਬਿੰਦ। ਚਰਨ ਕਮਲ ਕੌਲ ਦੇ ਫੁੱਲ ਵਰਗੇ ਸੋਹਣੇ। ਤੇ ਭਗਤ ਜੀ ਕਹਿੰਦੇ ਅਰਬਿੰਦ ਭਵਨ ਮਨ, ਭਵਨ ਦਾ ਮਤਲਬ ਟਿਕਾਣਾ, ਮਨ ਵਿੱਚ ਟਿਕਾਣਾ। ਤੇ ਅੱਗੇ ਪਾਣ ਕਰਤ, ਪੀਂਦਿਆਂ ਪਾਇਓ ਪਾਇਆ, ਮੈਂ ਲੱਭ ਲਿਆ। ਪਾਇਓ ਰਮਈਆ ਧਨ, ਰਮਈਆ ਧਨ ਦਾ ਮਤਲਬ ਸੋਹਣੇ ਪ੍ਰਮਾਤਮਾ ਜੀ ਤੇਰਾ ਨਾਮ ਧਨ ਮੇਰੇ ਹਿਰਦੇ ਵਿੱਚ ਦ੍ਰਿੜ ਹੋ ਗਿਆ। ਭਗਤ ਜੀ ਕਹਿੰਦੇ ਰਹਾਉ ਦੀ ਪੰਕਤੀ ਹੈ, ਸਾਨੂੰ ਸਮਝਾਉਣਾ ਬੜੇ ਸੋਹਣੇ ਤਰੀਕੇ ਨਾਲ ਕੀਤਾ। ਹੇ ਮੇਰੇ ਸੋਹਣੇ ਪ੍ਰਮਾਤਮਾ ਜੀ, ਮੇਰਾ ਮਨ ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੇ ਨਾਲ ਜੁੜ ਗਿਆ। ਹੁਣ ਇਸ ਚਰਨਾਂ ਦੇ ਨਾਲ ਦੀ ਥਾਂ ਮੈਂ ਲੱਭ ਲਈ ਹੈ ਤੇ ਤੇਰੇ ਚਰਨ ਕਮਲਾਂ ਵਿੱਚੋਂ ਨਾਮ ਰਸ ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਕਿ ਤੇਰਾ ਨਾਮ ਧਨ ਸਭ ਤੋਂ ਉੱਤਮ ਹੈ ਤੇ ਉਸ ਧਨ ਮਾਲ ਦੇ ਨਾਲ ਹੀ ਮੇਰਾ ਜੀਵਨ ਸੋਹਣਾ ਬਣਨਾ ਹੈ, ਨਾਮ ਧਨ ਦੇ ਨਾਲ। ਗੁਰੂ ਸਾਹਿਬ ਜੀ ਕਹਿੰਦੇ ਨੇ ਤੁਝੈ ਚਰਨ ਅਰਬਿੰਦ ਭਵਨ ਮਨ, ਵੀ ਤੇਰੇ ਕਮਲ ਵਰਗੇ ਸੋਹਣੇ ਚਰਨ, ਜਾਣੀ ਕਿ ਤੇਰੀ ਗੁਰਬਾਣੀ, ਤੇਰਾ ਨਾਮ ਮੇਰੇ ਹਿਰਦੇ ਮਨ ਨੇ ਡੋਪ ਕਰ ਲਿਆ, ਮਨ ਨੇ ਮੰਨ ਲਿਆ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪਾਣ ਕਰਤ ਪਾਇਓ ਪਾਇਓ ਰਮਈਆ ਧਨ, ਵੀ ਇਹ ਚੱਖਦਿਆਂ ਵੀ ਜੇ ਹੁਣ ਪ੍ਰਮਾਤਮਾ ਦਾ ਨਾਮ ਧਿਆਵਾਂਗੇ ਤੇ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ। ਪ੍ਰਮਾਤਮਾ ਨੂੰ ਯਾਦ ਰੱਖਾਂਗੇ, ਪ੍ਰਮਾਤਮਾ ਨੂੰ 24 ਘੰਟੇ ਕਿਸੇ ਵੀ ਕਰਮ ਦੇ ਵਿੱਚ, ਕਿ ਪ੍ਰਮਾਤਮਾ ਜੀ ਤੂੰ ਹੈ, ਪ੍ਰਮਾਤਮਾ ਜੀ ਤੂੰ ਹਰ ਥਾਂ ਤੇ ਹੈ। ਕਿਸੇ ਵੀ ਖੇਤਰ ਦੇ ਵਿੱਚ, ਕਿਸੇ ਵੀ ਜਗ੍ਹਾ ਤੇ ਕੰਮ ਕਰਾਂਗੇ ਜਿੱਥੇ ਪ੍ਰਮਾਤਮਾ ਨੂੰ ਭੁੱਲ ਕੇ ਨਾ ਕਰਾਂਗੇ, ਤੇ ਹਰ ਥਾਂ ਤੇ ਸਾਨੂੰ ਪ੍ਰਮਾਤਮਾ ਦਿਖੇਗਾ ਤੇ ਪ੍ਰਮਾਤਮਾ ਦੀ ਯਾਦ 24 ਘੰਟੇ ਬਣੀ ਰਹੇਗੀ। ਤੇ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਸਦਾ ਭਗਤ ਜੀ ਕਹਿੰਦੇ ਨੇ
कि मैं 24 घंटे तेरे कमल जिवें भौरा कमल के फुल दे विच समा जांदा है, मैं भी तेरे विच समाया होया, तेरे चरनां नाल जुड़िया होया, तेरे नाम दे नाल तेरियां वडियाइयां दे नाल मैं जुड़िया होया। ये जुड़ना अवस्था बड़ी किते सौखी जी नहीं है, ये बहुत औखी अवस्था है, पर सौखी उन्हां वास्ते है जिहड़े रब नूं याद रखते, रब नूं 24 घंटे याद रखते हैं, उन्हां दी ये अवस्था बन जाती है। तो सतगुरु सच्चे पातशाह की मेहर कृपा सदका अगली पंक्ति ये सी रहाऊ की पंक्ति भी, मैं परमात्मा जी तेरा नाम धन पा लिया, जिंदे कारण करके मेरा जीवन हुण तेरे नाल जुड़ गया। अगे भगत जी कहते, संपत विपत पटल माया धन, तां मैं मगन होत ना तेरो जाना। वड्डी गल है गुरमुख प्यारो, बंदा जिहड़ियां चीज़ां करके बंदे दी जमीर मर जाती है, जमीर दा मर जाना। इसे करके संत जरनैल सिंह भिंडरां वाले क्या करते सी, बंदे दी जमीर दा मर जाना मौत है, बंदे दे शरीर दा मर जाना कोई मौत नहीं। ये तो सब नूं आउणी है, ये सब नूं आउणी है। समा पा के बच्चे तो जवान होना है, जवान तो बुढ़ापे वाल जाना है, वह भी कर्मां भागां वाला होएगा। ਜਿਹੜਾ बुढ़ापे दे उम्र दे विच तंदुरुस्त ऐन बिल्कुल सही तरीके दे नाल जिंदी मौत आउंदी, वो भी बड़े कर्मां भागां वाला है। नहीं तो आपां देखते हैं वो साडे कर्मां दा। बच्चा भी दुनिया तो चले जाता है, नौजवान भी चले जाता है, बजुर्ग भी जाता है, और कई रिड़क रिड़क के जाते हैं, रिड़क रिड़क के जीवन की जिंदगी आपां देखते ना हॉस्पिटलों के विच बड़े बड़े बच्चे नौजवान बजुर्ग अपनी जिंदगी के नाल लड़ाई लड़ रहे हैं, शरीर ठीक नहीं हो रहे। तो गुरु परमात्मा परमेश्वर की गुरबाणी ने सानू समझाउणा कीता भी मौत भी कईयां नूं वधिया नहीं आउंदी, मौत भी वधिया नहीं आउंदी। ते भगत जी इत्थे कहंदे ने, संपत विपत पटल माया धन। संपत कहंदे ने जिहड़ा साडे कोल दुनियावी धन माल हुंदा है, विपत विपता मुसीबत, पटल पटल कहंदे ने परदे नूं, माया धन, ये माया धन। इसे करके हुण जिवें गुरु परमात्मा परमेश्वर की कृपा होवे, दुख तकलीफां गरीब नूं भी आउंदियां ने, मीर नूं भी आउंदियां ने, जिहदे कोल धन माल ज़्यादा हुंदा। गरीब कोल जिहड़ी दुख तकलीफ आउंदी ना, किते गरीब कोल दुख तकलीफ आउंदी है, उहदा तकरीबन दुनिया नूं पता लग जांदा है। जिहड़ी मीर नूं आउंदी है उहदा उदों पता लगदा जदों उहदे नाल कोई इहो जिहा कारनामा हो जाए। मीर ने की करना है, जदों माड़ा जिहा शरीर नूं कोई दुख तकलीफ होई, अपनी गड्डी चकनी, पैसे घरे आ नहीं भी है तो बैंक चों कढ़ा लेगा, जाके डॉक्टर कोल उन्हें कहना जी मैनूं आह दुख तकलीफ है। किसी नूं पता नहीं लगता, किसी नूं पता नहीं लगता। हुण रोज़मारा बंदा जांदा है तो कई तां कहिंदे होणगे भी फलाने थां ते चलिया होना, उहदा पता किहनूं लगना, ना किसी तो पैसा पुछया, ना किसी नूं कुछ कीता, उहदा पता नहीं लगना। उहदा उदों पता लगदा डॉक्टर कोल जां किते फोन कीता होवे, जां किते पता भी तूं कित्थे गया सी, वो कहेगा मैं भी आ मैनूं प्रॉब्लम सी। हुण जिहड़ा गरीब है, जिंदी आर्थिक स्थिति कमज़ोर है, जदों दे घरे बीमारी आ गई, खुद नूं आ गई, किसी मैंबर नूं आ गई, उन्हें 20 बंदियां तो पुछना भी मैनूं कुछ ना कुछ दिओ, मैं अपना जां अपने परिवार का इलाज करवा ला। तो सारिਆਂ ਨੂੰ पता लग जाता है, सारिਆਂ ਨੂੰ पता लग जाता है भी इहनूं बीमारी है, भी बीमार है, सारिਆਂ ਨੂੰ पता लग जाता है। तो एक गुस्ताखी माफ़ करना, थोड़ा जिहा जिंदी आर्थिक स्थिति कमज़ोर हुंदी है, वो थोड़ा जिहा कल्पदा भी ज़्यादा है, वो कल्पदा भी ज़्यादा। की कहंदा भी मैं इस शरीर दे नाल मेहनत मजदूरी करके मैं अपने परिवार नूं पालना सी, मेरा शरीर नष्ट, वो थोड़ा कल्पदा भी ज़्यादा है। तो जिहड़ा अमीर बंदा है वो 2 4 10 दिन महीना 50 दिन
ਸਾਲ ਪਿਆ ਵੀ ਰਹੇਗਾ ਮੰਜੇ ਤੇ, ਉਹਨੂੰ ਪਤਾ ਮੇਰੇ ਕੋਲ ਪੈਸਾ ਵਾਧੂ ਹੈ। ਉਹਨੇ ਕਲਪਨਾ ਘੱਟ ਹੈ, ਮਹਿਸੂਸ ਜ਼ਿਆਦਾ ਕਰੇਗਾ, ਮਹਿਸੂਸ ਜ਼ਿਆਦਾ ਕਰੇਗਾ ਬਿਮਾਰੀ ਨੂੰ ਮਹਿਸੂਸ। ਹਜੇ ਆਮ ਬੰਦਾ ਬਿਮਾਰੀ ਨੂੰ ਘੱਟ ਮਹਿਸੂਸ ਕਰਦਾ ਹੈ, ਜਿਹੜਾ ਮੈਨੂੰ ਇਹ ਪਤਾ ਨਹੀਂ ਕਿਵੇਂ ਬਿਮਾਰੀ ਆ ਗਈ, ਉਹ ਬੜੀਆਂ ਗੱਲਾਂ ਕਰੇਗਾ, ਡਾਕਟਰ ਸਾਹਿਬ ਦੱਸੋ ਮੇਰੇ ਸਰੀਰ 'ਚ ਕੀ ਫਲਟ ਹੈ। ਅਤੇ ਜਿਹੜਾ ਆਮ ਬੰਦਾ ਉਹਨੂੰ ਪਤਾ ਮਾੜੀ ਮੋਟੀ ਬਿਮਾਰੀ ਆ ਗਈ, ਚਲੋ 2-4 ਦਿਨ ਦਵਾਈ ਲਵਾਂਗੇ, ਮਾੜੀ ਮੋਟੀ ਚੱਲ ਵੀ ਜਾਣੀ। ਹੁਣ ਇੱਥੇ ਜਿਹੜਾ ਸੰਬੰਧ ਭਗਤ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਸਾਡਾ ਸੰਪਤ ਵਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਨ, ਤਾਂ ਮੈਂ ਮਗਨ। ਇਹਨਾਂ ਵਿੱਚ ਭਗਤ ਜੀ ਨੇ ਸਾਨੂੰ ਸਮਝਾਉਣਾ ਕੀਤਾ ਸਾਡੇ ਤੇ ਕਿਰਪਾ ਹੋ ਜੇ ਮਾਲਕ ਦੀ। ਭਗਤ ਜੀ ਕਹਿੰਦੇ ਵੀ ਮੇਰੇ ਕੋਲ ਧਨ ਮਾਲ ਵਾਧੂ ਹੋਵੇ, ਮੈਂ ਬਹੁਤ ਸੁਖੀ ਹੋਵਾਂ। ਧਨ ਮਾਲ, ਹੁਣ ਰੱਬ ਕਦੋਂ ਯਾਦ ਆਉਂਦਾ? ਰੱਬ ਕਦੋਂ ਯਾਦ ਆਉਂਦਾ? ਆਪਾਂ ਸਾਰਿਆਂ ਨੇ ਵੈਸੇ ਲਿਖ ਕੇ ਲਾਇਆ ਹੋਇਆ, ਸੁੱਖ ਵੇਲੇ ਸਿਮਰਨ, ਦੁੱਖ ਵੇਲੇ ਅਰਦਾਸ, ਪਰ ਲਿਖ ਕੇ ਲਾਇਆ ਹੋਇਆ ਨਾ, ਪਰ ਇਹ ਹੁੰਦਾ ਨਹੀਂ। ਸੁੱਖ ਵਾਲੇ ਸਿਮਰਨ ਕੌਣ ਕਰਦਾ? ਕੋਈ ਵੀ ਨਹੀਂ ਕਰਦਾ। ਆਪਾਂ ਸਾਰੇ ਹੀ ਵਿੱਚੇ ਅਸੀਂ ਵੀ ਆਉਣੇ। ਜਦੋਂ ਸੁੱਖ ਹੋਵੇ ਪ੍ਰਮਾਤਮਾ ਨੂੰ ਕੌਣ ਚੇਤੇ ਕਰਦਾ? ਕੋਈ ਵੀ ਨਹੀਂ ਕਰਦਾ। ਇਸੇ ਕਰਕੇ ਬਾਬੇ ਨਾਨਕ ਨੇ ਲਿਖਿਆ, ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਦੁੱਖ ਉਦੋਂ ਭੱਜਦਾ ਬੰਦਾ, ਕਿੱਧਰ ਨੂੰ? ਮੈਂ ਕਿਤੇ ਉੱਥੇ ਮੱਥਾ ਟੇਕ ਆਵਾਂ, ਕਦੀ ਉੱਥੇ ਮੱਥਾ ਟੇਕ ਆਵਾਂ, ਕਦੀ ਫਲਾਣੇ ਬਾਬੇ ਨੇ ਠੀਕ ਕਰ ਦੇਣਾ ਮੈਨੂੰ। ਦੁੱਖ ਆਉਂਦਾ ਨਾ ਉਦੋਂ ਹੀ ਅਸੀਂ ਭੱਜਦੇ ਹਾਂ, ਸੁੱਖ ਵੇਲੇ ਤਾਂ ਨਹੀਂ। ਲਿਖ ਕੇ ਤਾਂ ਥੰਮ ਤੇ ਲਾਇਆ, ਅਤੇ ਗੁਰਬਾਣੀ ਦਾ ਵੀ ਫੈਸਲਾ ਹੈ ਵੀ 24 ਘੰਟੇ ਯਾਦ ਰੱਖ ਪਰਮਾਤਮਾ ਨੂੰ, 24 ਘੰਟੇ ਸਿਮਰ ਸਿਮਰ ਸੁੱਖ ਪਾਵੋ। ਪਰਮਾਤਮਾ ਨੂੰ ਯਾਦ ਰੱਖ ਤੇ ਸੁੱਖ ਹੀ ਸੁੱਖ ਨੇ, ਦੁੱਖ ਨਹੀਂ ਹੈ। ਹੁਣ ਇੱਥੇ ਭਗਤ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਸਭ ਤੋਂ ਪਹਿਲਾਂ ਭਗਤ ਜੀ ਕਹਿੰਦੇ, ਸੰਪਤ ਵਿਪਤ ਪਟਲ ਮਾਇਆ ਧਨ। ਸੰਪਤ ਦਾ ਮਤਲਬ ਮੈਨੂੰ ਬੜੇ ਸੁੱਖ ਆ ਗਏ, ਮੇਰਾ ਸਰੀਰ ਸੁਖੀ ਹੈ, ਧਨ ਮਾਲ ਮੇਰੇ ਕੋਲ ਵਾਧੂ, ਕਿਸੇ ਚੀਜ਼ ਦੀ ਕਮੀ ਨਹੀਂ, ਕਿਸੇ ਚੀਜ਼ ਦੀ ਕਮੀ ਨਹੀਂ। ਜਿਵੇਂ ਆਪਾਂ ਦੁਨੀਆ ਤੋਂ ਕਹਿ ਦਿੰਦੇ ਨਾ, ਫਲਾਣੇ ਦਾ ਘਰ ਵੇਖ, ਬੜੀਆਂ ਬੜੀਆਂ ਗੱਡੀਆਂ, ਕੋਠੀਆਂ, ਜ਼ਮੀਨ ਜਾਇਦਾਦ, ਪਰ ਘਰੇ ਜਾ ਕੇ ਦੇਖ ਉਹ ਆਤਮਾ ਕਿਵੇਂ ਤੜਫਦੀ ਪਈ ਹੈ। ਕਈਆਂ ਘਰਾਂ 'ਚ ਕੋਠੀਆਂ 'ਚ ਹਾਏ ਹਾਏ ਦੀ ਆਵਾਜ਼ ਆਉਂਦੀ ਹੈ, ਘਰੇ ਸਰੀਰ ਪਿਆ ਹੈ, ਉਹ ਕਲਪੀ ਜਾ ਰਿਹਾ ਹੈ। ਉਹਨੂੰ ਧਨ ਮਾਲ ਦੇ ਨਾਲ ਕੀ ਮਤਲਬ ਹੈ, ਉਹਨੂੰ ਕੋਠੀਆਂ ਨਾਲ ਕੀ ਮਤਲਬ? ਜਿਵੇਂ ਸਿਆਣਿਆਂ ਦਾ ਕਹਿਣਾ, ਕੱਟੇ ਨੂੰ 1.25 ਮਣ ਦੁੱਧ ਦੇ ਨਾਲ ਕੀ ਭਾ ਹੈ। ਹੁਣ ਕੋਈ ਮੱਝ 1.25 ਮਣ ਦੁੱਧ ਦਿੰਦੀ ਹੋਵੇਗੀ, ਉਹਨੂੰ ਤਾਂ ਵਿਚਾਰੇ ਨੂੰ ਇੱਕ ਥਣ ਵੀ ਨਹੀਂ ਚੁੰਘਣ ਦੇਣਾ, ਇੱਕ ਬੂੰਦ ਵੀ ਨਹੀਂ ਦੇਣੀ। ਹੁਣ ਧਨ ਹੈ, ਕੋਠੀ ਪਈ ਹੋਈ ਹੈ ਬੜੀ ਵੱਡੀ, 5 ਮੰਜ਼ਲੀ ਹੋ ਸਕਦੀ ਹੈ, ਧਨ ਬਾਹਰ ਬਾਤ ਹੈ, ਖੇਤ ਜ਼ਮੀਨ ਪਿੰਡ ਤੋਂ ਤੁਰਦੀ ਤੇ ਦੂਜੇ ਪਿੰਡ ਤੋਂ ਵੀ ਗਾਂ ਲੰਘ ਜਾਂਦੀ, ਤੇ ਸੁੱਖ ਤੇ ਬੜੇ ਨੇ, ਮਾਇਆ ਦੇ ਸੁੱਖ ਬਹੁਤ ਨੇ, ਪਰ ਆਤਮਾ ਕਲਪੀ ਜਾ ਰਹੀ ਹੈ। ਆਤਮਾ ਕੀ ਕਹਿ ਰਹੀ ਹੈ? ਰੱਬ ਜੀ ਮੇਰੀ ਜਾਨ ਕੱਢ ਲਓ, ਰੱਬ ਜੀ ਮੇਰੀ ਜਾਨ ਕੱਢ ਲਓ। ਭਗਤ ਜੀ ਕਹਿੰਦੇ ਮੇਰੇ ਕੋਲ ਸੁੱਖ ਵੀ ਹੋਣ, ਤੇ ਅੱਗੇ ਕਿਹਾ ਭਗਤ ਜੀ ਨੇ, ਸੰਪਤ ਵਿਪਤ, ਵਿਪਤ ਦਾ ਮਤਲਬ ਦੁੱਖ ਵੀ ਹੋਣ। ਭਾਵੇਂ ਮੇਰੇ ਕੋਲ ਸੁੱਖ ਹੋਣ, ਭਾਵੇਂ ਦੁੱਖ ਹੋਣ, ਪਟਲ ਮਾਇਆ ਧਨ। ਧਨ ਇਹ ਮਾਇਆ ਦੇ ਪਰਦੇ ਵੀ ਮੇਰੇ ਕੋਲ ਵਾਧੂ ਹੋਣ। ਮਾਇਆ ਹੀ ਪਰਦੇ ਢੱਕਦੀ ਹੈ ਨਾ। ਫਲਾਣੇ ਬੰਦੇ ਦੀ ਬੇਇੱਜ਼ਤੀ ਹੋਣੋਂ ਬਚ ਗਈ, ਆਪਾਂ ਕਈ ਵਾਰ ਕਹਿੰਦੇ ਨਾ, ਫਲਾਣੇ ਬੰਦੇ ਦੀ ਬੇਇੱਜ਼ਤੀ ਹੋਣੋਂ ਬਚ ਗਈ। ਮਾਇਆ ਪਰਦੇ, ਮਾਇਆ ਕਰਕੇ ਪਰਦੇ ਨੇ ਸਾਰੇ ਸਾਡੇ। ਫਲਾਣੇ ਕੋਲ ਧਨ ਮਾਲ ਵਾਧੂ, ਫਲਾਣੇ ਕੋਲ ਆਹ ਕੁਛ ਨਹੀਂ ਹੋਇਆ ਗਿਆ, ਫਲਾਣੇ ਕੋਲ ਇਸ ਤਰ੍ਹਾਂ ਨਹੀਂ ਹੋਇਆ ਗਿਆ, ਮਾਇਆ ਕਰਕੇ। ਤੇ ਭਗਤ ਜੀ ਕਹਿੰਦੇ ਨੇ, ਪ੍ਰਮਾਤਮਾ ਜੀ ਮੇਰੇ ਕੋਲ ਮਾਇਆ ਵੀ ਵਾਧੂ ਹੋਵੇ, ਮੇਰੇ ਪਰਦੇ ਢੱਕਦੀ ਹੋਵੇ ਮਾਇਆ। ਤੇ ਭਗਤ ਜੀ ਕਹਿੰਦੇ, ਪਰ
ਭਗਤ ਜੀ ਕਹਿੰਦੇ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ, ਇਹਨਾਂ ਵਿੱਚ ਨਾ ਮੈਂ ਮਗਨ ਹੋ ਜਾ। ਹੁਣ ਇਹ ਤਿੰਨਾਂ ਕੰਮਾਂ ਦੇ ਵਿੱਚ ਕਹਿੰਦੇ ਪ੍ਰਮਾਤਮਾ ਜੀ ਮੈਂ ਮਗਨ ਨਾ ਹੋ ਜਾ। ਜਿਹੜਾ ਬੰਦਾ ਸੁੱਖਾਂ ਦੇ ਵਿੱਚ ਮਗਨ ਹੈ ਉਹ ਰੱਬ ਕਿੱਥੇ ਯਾਦ ਹੈ, ਨਹੀਂ ਆਉਂਦਾ। ਜਿਹੜੇ ਬੰਦੇ ਨੂੰ ਬਿਪਤਾ ਹੈ, ਜਿਹੜੇ ਬੰਦੇ ਨੂੰ ਦੁੱਖ ਤਕਲੀਫ ਹੈ ਸਰੀਰ ਕਰਕੇ, ਪੁੱਛ ਲਓ, ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਕੇ ਵੇਖ ਲਓ, ਉਹਨੂੰ ਪੁੱਛੋ ਵੀ ਭਾਈ ਤੂੰ ਸਿਮਰਨ ਕਰਿਆ ਕਰ, ਰੱਬ ਨੂੰ ਧਿਆਇਆ ਕਰ, ਉਹ ਕਹਿੰਦਾ ਮੈਂ ਬਥੇਰਾ ਸਿਮਰਨ ਕੀਤਾ, ਮੈਂ ਬਥੇਰਾ ਸਿਮਰਨ ਕੀਤਾ, ਮੈਨੂੰ ਰੱਬ ਨੇ ਆਹ ਦੇਖੋ ਕੀ ਦਿੱਤਾ, ਦੁੱਖ ਤਕਲੀਫ, ਸਰੀਰ ਤਾਂ ਮੇਰਾ ਖਰਾਬ ਹੈ, ਮੇਰੇ ਸਰੀਰ ਚੋਂ ਤਾਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ। ਇਸੇ ਕਰਕੇ ਸਾਨੂੰ ਸਮਝਾਉਣਾ ਕੀਤਾ ਵੀ ਸੁੱਖ ਵੀ ਜਿੰਨੇ ਮਰਜ਼ੀ ਹੋਣ, ਕੋਈ ਬਿਪਤਾ ਵੀ ਆ ਜਾਵੇ, ਪਰਮਾਤਮਾ ਨੂੰ ਧਿਆਉਣੋ। ਤੇ ਨਾਲ ਤੀਜਾ ਜਿਹੜਾ ਸਾਰੀ ਦੁਨੀਆ ਨੂੰ ਕਲੰਕ ਲੱਗਾ ਹੈ, ਮਾਇਆ। ਮਾਇਆ ਕਰਕੇ ਬਹੁਤੀ ਦੁਨੀਆ ਤੇ ਇਹ ਕਹਿੰਦੀ ਮਾਇਆ ਕਰਕੇ ਉਹ ਰੱਬ ਦੇ ਘਰੇ ਜਾਣਾ ਕੀ, ਉੱਥੋਂ ਤਾਂ ਲੈਣ ਜਾਣੀ ਸੀ ਮਾਇਆ, ਮਾਇਆ ਤੇ ਮੇਰੇ ਘਰੇ ਵਾਧੂ ਹੈ। ਤੇ ਭਗਤ ਜੀ ਕਹਿੰਦੇ ਮੈਂ ਇਹਨਾਂ ਨੂੰ ਪਰੇ ਸਿੱਟ ਕੇ, ਤਿੰਨਾਂ ਚੀਜ਼ਾਂ ਨੂੰ ਪਰੇ ਸਿੱਟ ਕੇ ਪਰਮਾਤਮਾ ਜੀ ਤੇਰੇ ਨਾਲੋਂ ਸੰਬੰਧ ਨਾ ਟੁੱਟੇ। ਮਾਇਆ ਵੀ ਹੋਵੇ, ਸੁੱਖ ਵੀ ਹੋਣ, ਬੜਾ ਕੁਛ ਮੈਨੂੰ ਦੁੱਖ ਤਕਲੀਫਾਂ ਵੀ ਆ ਜਾਣ, ਪਰ ਪਰਮਾਤਮਾ ਜੀ ਮੈਂ ਤੇਰੇ ਨਾਲੋਂ ਪਾਸੇ ਨਾ ਹੋਵਾਂ। ਇਹ ਸਾਨੂੰ ਸਮਝਾਉਣਾ ਕੀਤਾ। ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਤੇ ਭਗਤ ਜੀ ਨੇ ਕਿਹਾ ਵੀ ਇਸੋਂ ਵਿੱਚੋਂ ਨਿਕਲਦਾ ਮੇਰਾ ਜੀ ਨਹੀਂ ਕਰਦਾ। ਪਰਮਾਤਮਾ ਜੀ ਮੈਂ ਇਹਨਾਂ ਪਰਦਿਆਂ ਵਿੱਚ ਨਹੀਂ ਫਸਣਾ ਚਾਹੁੰਦਾ, ਇਹਨਾਂ ਫਸਣਿਆਂ ਦੇ ਵਿੱਚ ਨਹੀਂ ਪਹੁੰਚਣਾ ਚਾਹੁੰਦਾ, ਮੈਂ ਤੇਰੀ ਭਗਤੀ ਕਰਨਾ ਚਾਹੁੰਦਾ, ਮੈਂ ਤੈਨੂੰ ਧਿਆਉਣਾ ਚਾਹੁੰਦਾ, ਤੈਨੂੰ ਯਾਦ ਰੱਖਣਾ ਚਾਹੁੰਦਾ। ਜੇ ਬੰਦਾ ਸੁੱਖ 'ਚ ਫਸ ਗਿਆ ਰੱਬ ਨਹੀਂ ਯਾਦ ਰਹਿਣਾ, ਜੇ ਬੰਦਾ ਦੁੱਖਾਂ 'ਚ ਫਸ ਗਿਆ ਤਾਂ ਵੀ ਰੱਬ ਯਾਦ ਨਹੀਂ ਰਹਿਣਾ, ਜੇ ਬੰਦਾ ਧਨ ਮਾਲ ਦੇ ਵਿੱਚ ਫਸ ਗਿਆ ਤਾਂ ਵੀ। ਤੇ ਪ੍ਰਮਾਤਮਾ ਜੀ ਇਹ ਤਿੰਨਾਂ ਪਰਦਿਆਂ ਤੋਂ ਮੈਂ ਪਾਸੇ ਰਵਾਂ, ਤੇਰਾ ਸੇਵਕ ਮਾਇਆ ਦੇ ਇਹਨਾਂ ਪਰਦਿਆਂ ਵਿੱਚ ਹੁਣ ਨਹੀਂ ਫਸਦਾ, ਜਾਣੀ ਕਿ ਮੈਂ ਇਹਨਾਂ ਵਿੱਚ ਨਹੀਂ ਹੁਣ ਮਗਨ ਹੁੰਦਾ। ਭਾਵੇਂ ਮੈਨੂੰ ਸੁੱਖ ਆ ਜਾਏ, ਭਾਵੇਂ ਮੈਨੂੰ ਦੁੱਖ ਆ ਜਾਵੇ, ਭਾਵੇਂ ਮੇਰੇ ਕੋਲ ਮਾਇਆ ਆ ਜਾਏ, ਭਾਵੇਂ ਨਾ ਆ ਜਾਏ, ਇਹਦਾ ਕੋਈ ਮੈਨੂੰ ਮਤਲਬ ਨਹੀਂ ਕਿ ਮੈਂ ਤੈਨੂੰ ਯਾਦ ਰੱਖਾਂ। ਇਹ ਗੁਰੂ ਸਾਹਿਬ ਜੀ ਨੇ ਕਿਹਨੂੰ ਕਿਹਾ? ਕਿਹਨੂੰ ਕਿਹਾ? ਪਰਮਾਤਮਾ ਨੂੰ। ਭਗਤ ਜੀ ਨੇ ਪਰਮਾਤਮਾ ਨੂੰ ਕਿਹਾ। ਤੇ ਅਗਲੀ ਪੰਕਤੀ ਵਿੱਚ ਭਗਤ ਜੀ ਕੀ ਕਹਿੰਦੇ ਨੇ, ਅਖੀਰਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ, ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਾਨਾ, ਕਾਹੇ ਰਵਿਦਾਸ ਛੁਡਬੋ ਕਵਣ ਗੁਣਾ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਾਨਾ, ਕਾਹੇ ਰਵਿਦਾਸ ਛੁਟਬੋ ਕਵਣ ਗੁਣ। ਭਗਤ ਜੀ ਕਹਿੰਦੇ ਨੇ, ਰਵਿਦਾਸ ਜੀ ਆਖਦਾ ਕਿ ਮੈਂ ਤੇਰਾ ਦਾਸ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ, ਤੇਰੇ ਪਿਆਰ ਵਿੱਚ ਮੈਂ ਗਲੀਨ ਹੋ ਗਿਆ, ਇਸ ਵਿੱਚੋਂ ਨਿਕਲਣ ਨੂੰ ਮੇਰਾ ਨਹੀਂ ਜੀ ਕਰਦਾ, ਮੈਂ ਤੇਰੇ ਪਿਆਰ ਦੇ ਵਿੱਚ ਹੀ ਹੁਣ ਸਾਰਾ ਕੁਝ ਕਰਾਂਗਾ। ਵੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਸਵਈਆਂ ਦੇ ਵਿੱਚ, ਸਾਚ ਕਹੋ ਸੁਣ ਲੈ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੀ ਕੋਈ ਡੈਫੀਨੇਸ਼ਨ ਨਹੀਂ, ਪਰਿਭਾਸ਼ਾ ਨਹੀਂ। ਪ੍ਰੇਮ ਜਿਹੜਾ ਨਾ, ਪ੍ਰੇਮ ਆ ਜਿਵੇਂ ਆਪਾਂ ਕਹਿੰਦੇ ਮਿੱਤਰਤਾਈ, ਦੋਸਤ ਜਾਂ ਜਰਾਨਾ, ਬੜਾ ਜਾਣੀ ਕਿ ਗੂੜਾ ਬਣ ਗਿਆ। ਪ੍ਰੇਮ ਦੀ ਕੋਈ ਡੈਫੀਨੇਸ਼ਨ ਨਹੀਂ, ਪਰਿਭਾਸ਼ਾ ਨਹੀਂ। ਪ੍ਰੇਮ ਅੰਦਰ ਦੀ ਇੱਕ ਸੁਰਤ ਦਾ ਹਲੂਣਾ ਹੈ ਵੀ ਸੁਰਤ ਜਿੱਥੇ ਜੁੜ ਗਈ, ਆਪਾਂ ਕਹਿੰਦੇ ਨਾ ਫਲਾਣੇ ਬੰਦੇ ਦਾ ਫਲਾਣੇ ਨਾਲ ਬੜਾ ਪ੍ਰੇਮ ਹੈ, ਪਿਆਰ ਬਹੁਤ ਹੈ, ਉਹ ਨਹੀਂ ਵੱਖ ਹੋ ਸਕਦੇ, ਉਹ ਵੱਖ ਨਹੀਂ ਹੋ ਸਕਦੇ। ਜਦੋਂ ਕਿਤੇ ਵੱਖ ਹੋ ਜਾਣ ਲੋਕ ਕਹਿੰਦੇ ਬਈ ਬੜਾ ਪ੍ਰੇਮ ਸੀ, ਉਹ ਤਾਂ ਇੱਕ ਦੂਜੇ ਤੋਂ ਪੁੱਛੇ ਤੋਂ ਬਿਨਾਂ ਪਾਣੀ ਨਹੀਂ ਸੀ ਪੀਂਦੇ। ਇਹ ਆ ਪ੍ਰੇਮ। ਪ੍ਰੇਮ ਦੀ ਕੋਈ ਪਰਿਭਾਸ਼ਾ ਨਹੀਂ ਹੈ। ਪ੍ਰੇਮ ਇੱਕ ਸੁਰਤ ਦਾ ਮਾਮਲਾ ਹੈ। ਜਿੱਥੇ ਸੁਰਤ ਟਿਕ ਗਈ, ਜਿੱਥੇ ਸੁਰਤ ਟਿਕ ਗਈ, ਸੁਰਤ ਨੇ ਉਹੀ ਕਰਮ ਕਰਨਾ। ਹੁਣ ਅੱਜ ਕੱਲ੍ਹ ਦੁਨੀਆ ਦੇ ਆਪਾਂ ਗੱਲਾਂ ਸੁਣਦੇ ਨਾ ਵੀ ਫਲਾਨਾ ਤੇਰਾ ਮਿੱਤਰ ਇੰਨਾ ਚੰਗਾ ਨਹੀਂ, ਫਲਾਨਾ ਤੇਰਾ ਮਿੱਤਰ ਬਹੁਤ ਚੰਗਾ ਹੀ, ਆਪਾਂ ਕਹਿੰਦੇ ਨਾ, ਉਹ ਹੁਣ ਉਹ ਕਹਿੰਦਾ ਵੀ ਮੇਰੇ ਵਾਸਤੇ ਉਹ ਭਾਵੇਂ ਦੁਨੀਆ ਵਾਸਤੇ ਭਾਵੇਂ ਮਾੜਾ ਹੋਵੇ ਭਾਵੇਂ ਚੰਗਾ ਹੋਵੇ,
मेरे वास्ते वो मित्र मेरा चंगा है। प्रेम, जिथे प्रेम पै गया, भावें माड़े बंदे ना पै गया, भावें चंगे बंदे ना पै गया, भावें किरदार निभाउण वाला, भावें किरदार नहीं निभाउण वाला। हुण इत्थे गल कीती परमात्मा दे प्रेम दी, ये परमात्मा जी मेरे तेरे नाल इस तरह दा प्रेम पै गया, इस प्रेम दे विच्चों हुण मैं नहीं निकल सकदा। भगत रविदास जी ने किहनूं कहा? परमात्मा नूं। भी इस तरह दा प्रेम परमात्मा नाल पाईए भी परमात्मा दे ही बन जाइए, ते जो परमात्मा कहंदा उहदे मुताबक अपना जीवन जीए। ये सानू भगत जी ने तो चलो समझाउणा कीता, बाकी असीं जिथे जिथे प्रेम रखिआ, जिस तरह का असीं बनदे असीं तो उहो जे काम करने ने। साडा हुण प्रेम किसे दा किते आ, किसे दा किते आ, किसे दा मन किते गिझदा है, किसे दा गुरबाणी ते मन, गुस्ताखी माफ करना, 4-5% ही गुरबाणी ते मन गिझदा है दुनिया दा, बाकी ते 95% आपां सारिआं नूं पता कित्थे जांदा है। 4-5% दुनिया दे लोग गुरबाणी ते मन लाउंदे ने, बाकी ते सब आपां सारिआं नूं पता है। ते जे असीं गुरबाणी दे मुताबक अपना जीवन जीए तो साडा जीवन सोहना बन सकता है, साडा जीवन सफल हो सकता है, साडा जीवन परमात्मा दे प्रथाएं आया गिणिया जा सकता है। जे असीं परमात्मा दे प्रथाएं इस जीवन नूं जीए। भगत जी ने तो, गुरबाणी ने तो भाई सानू डायरैक्शन देनी है, गुरबाणी ने तो परमात्मा दे सिद्धांत दसने ने भी जेहो जेहो जिहा असीं कर गए, जेहो जिहा असीं कर गए ओहो जे परमात्मा ने सानू कबूल कर लेना। जे असीं गुरबाणी पढ़ के सुन के अपना जीवन मनुखा सफल कर लांगे तो परमात्मा साडे ते किरपा करेगा। जे असीं गुरबाणी पढ़ के भी जां सुन के भी नहीं, गुरबाणी दीयां सारियां गल्लां नहीं मन्नियां जांदियां। ये सारे दुनिया दे लोग कहिंदे ने भी बाबे नानक दीयां गल्लां मनणियां बड़ियां औखियां ने, पर बाबे नानक दे वादे दावे असीं बड़े करदे वे, असीं बाबे नानक दे वारस हैं, असीं बाबे नानक दी सिੱਖੀ नूं अडॉप्ट कीता है, असीं सिੱਖ हुन्ने आ, असीं सरदार हुन्ने आ। ये गल्लां तां असीं बड़ियां करदे हां, पर बाबे नानक दी गुरबाणी नूं कहंदे नहीं मन्निया जांदा। ते बाबा नानक कितों खुश होएगा? बाबा नानक तां उहदे ते खुश होएगा जेड़ा जेड़ा परमात्मा दे मार्ग ते चलेगा। जन नानक धूड़ मंगे तिस गुर सिख की, जन नानक धूड़ मंगे तिस गुर सिख की, जो आप जपै अवरै नाम जपावे। परमात्मा ने तो उहदे नाल ही प्रेम करना है जेड़ा आप भी जपदा ते होरनां नूं भी कहंदा भी भाई परमात्मा दा नाम, भी परमात्मा नूं चेते रखना, परमात्मा नूं चेते रख के ते अपना जीवन जी ते तां तेरा सोहना सिस्टम बन जाएगा। इस करके साडा भी जीवन किते गुरबाणी नाल जुड़ जावे। असीं गुरु परमात्मा परमेश्वर अगे अरदास बेनती प्रार्थना करया करिए कि सच्चे पातशाह साडा भी जीवन सोहना बन जावे, असीं भी गुरबाणी दे मुताबक अपना जीवन जीए। सतगुरु सच्चे पातशाह साडे सारिआं ते किरपा करन, सानू सारिआं नूं जिवें भगत जी जिवें गुरबाणी समझाउणा करदी है साडी समझ विच समझ पै जावे। असीं गुरु परमात्मा परमेश्वर अगे अरदास बेनती प्रार्थना करया करी कि सच्चे पातशाह साडा जीवन सोहना बन जावे। सतगुरु सच्चे पातशाह साडे ते किरपा करन। सतगुरु सच्चे पातशाह दी मेहर किरपा सदका गुरमुख प्यारो गुरबाणी दीयां विचारां होईयां, गुरबाणी दीयां विचारां करदिआं दास कोलों एक नहीं अनेक प्रकार दीयां त्रुटियां रह जाया करदियां, क्योंकि गुरु ज्ञान दे बच्चे हाँ। सतगुरु सच्चे पातशाह ते गुरु दी संगत माफ जोग है, माफ कर देना। अगां तो बाणी पढ़न सुन सेवा सिमरते गुरबाणी दीयां विचारां करन दी सतगुरु सच्चे पातशाह आप ही समत बख्शण, सरबत दा भला करन, सब नूं नाम तन देन, सब नूं वडियाइयां बख्शण। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह। तुदे आगे अरदास हमारी, जियो पिंड सब तेरा।